ਹੈਲੋ ਵੈਲਕਮ ਟੂ ਦਾ ਵਰਡ ਆਫ ਪੋਜ਼ਿਟਿਵ ਵਾਈਬ YouTube ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ। ਅੱਜ ਆਪਾਂ ਲੈ ਕੇ ਆਏ ਹਾਂ ਇੱਕ ਨਵੀਂ ਵੀਡੀਓ ਜੋ ਕਿ ਬਹੁਤ ਹੀ ਡਿਫੀਕਲਟੀ ਲੈਵਲ ਦੇ ਉੱਪਰ ਜਾਏਗੀ। ਠੀਕ ਹੈ ਜੀ। ਇਹ ਵੀਡੀਓ ਵਾਸਤੇ ਰਿਕੁਐਸਟ ਕੀਤੀ ਸੀ ਇੱਕ ਬੱਚਾ, ਸ਼ਾਇਦ ਉਹਦਾ ਨਾਮ ਕਾਵਿਆ ਹੈ। ਕਿਉਂਕਿ ਦੇਖੋ ਕਰਨਲ ਕਰਾਉਣ ਦਾ ਮੋਟਿਵ ਮੇਰਾ ਇਹੀ ਹੈ ਕਿ ਕਰਨਲ ਵੈਸੇ ਬਹੁਤ ਘੱਟ ਆਉਂਦਾ ਪੇਪਰ ਦੇ ਵਿੱਚ, ਕਿਉਂਕਿ ਇਹ ਬਹੁਤ ਜ਼ਿਆਦਾ ਡਿਫੀਕਲਟ ਲੈਵਲ ਤੇ ਚਲਾ ਜਾਂਦਾ ਹੈ। ਠੀਕ ਹੈ, ਅਤੇ ਇਸ ਕਰਕੇ ਮੈਂ ਇਹਨੂੰ ਸਕਿੱਪ ਕੀਤਾ ਸੀ, ਪਰ ਫਿਰ ਵੀ ਚਲੋ ਬੱਚੇ ਦੀ ਡਿਮਾਂਡ ਸੀਗੀ, ਚਲੋ ਉਹਨਾਂ ਵਾਸਤੇ ਫਿਰ ਵੀ ਤੁਸੀਂ ਇੱਕ ਵਾਰੀ ਪੜ੍ਹ ਲਿਓ। ਇਹਦੇ ਵਿੱਚ ਇੱਕ ਜਾਂ ਦੋ ਕੁਐਸਚਨ ਬਣਦੇ ਆ, ਉਹ ਕਿਹਦੇ ਉੱਪਰ ਬਣਦੇ ਆ ਤੁਹਾਨੂੰ ਮੈਂ ਦੱਸ ਦੇਵਾਂਗਾ ਵਿੱਚ ਇਹਦੇ। ਠੀਕ ਹੈ, ਚਲੋ ਆਪਾਂ ਸਟਾਰਟ ਕਰਦੇ ਹਾਂ। ਕਰਨਲ ਹੁੰਦਾ ਕੀ ਆ ਅਤੇ ਕਿੰਨੀਆਂ ਟਾਈਪਸ ਦਾ ਹੁੰਦਾ ਕਰਨਲ। ਦੇਖੋ ਕਰਨਲ ਹੁੰਦਾ ਕੀ ਹੈ, ਵੈਸੇ ਬੇਸਿਕਲੀ ਕਰਨਲ ਆਪਰੇਟਿੰਗ ਸਿਸਟਮ ਦੇ ਵਿੱਚ ਹੀ ਹੁੰਦਾ, ਇੱਕ ਪ੍ਰੋਗਰਾਮ ਹੁੰਦਾ ਜਿਹੜਾ ਆਪਰੇਟਿੰਗ ਸਿਸਟਮ ਦੇ ਵਿੱਚ ਕੰਮ ਕਰਦਾ ਹੈ। ਪਹਿਲਾਂ ਆਪਾਂ ਪੜ੍ਹਦੇ ਹਾਂ ਇਹਦੀ ਫਾਰਮਲ ਡੈਫੀਨੇਸ਼ਨ ਕਿ ਕਰਨਲ ਹੁੰਦਾ ਕੀ ਹੈ। ਠੀਕ ਹੈ, ਆਹ ਦੇਖੋ ਇਹਦੇ ਵਿੱਚ ਲਿਖਿਆ ਹੋਇਆ, ਕਹਿੰਦਾ ਕਰਨਲ ਇਜ਼ ਏ ਕੰਪਿਊਟਰ ਪ੍ਰੋਗਰਾਮ ਦੈਟ ਇਜ਼ ਦਾ ਹਾਰਟ ਐਂਡ ਕੋਰ ਆਫ ਦਾ ਆਪਰੇਟਿੰਗ ਸਿਸਟਮ। ਮਤਲਬ ਆਪਰੇਟਿੰਗ ਸਿਸਟਮ ਦਾ ਜਿਹੜਾ ਸਾਰਾ ਕੰਮ ਸੰਭਾਲਣ ਦਾ ਕੰਮ, ਠੀਕ ਹੈ, ਇਹੀ ਕਰਦਾ ਕਰਨਲ। ਕਰਨਲ ਹੀ ਸਾਰਾ ਕੰਮ ਕਰਨਾ ਹੈ। ਠੀਕ ਹੈ, ਹੁਣ ਦੇਖੋ ਕਹਿੰਦਾ ਜਿਹੜਾ ਆਪਰੇਟਿੰਗ ਸਿਸਟਮ ਹੈ ਉਹਦਾ ਕਿਹਦਾ, ਆਪਰੇਟਿੰਗ ਸਿਸਟਮ ਦਾ ਕੀ ਹੁੰਦਾ, ਕਹਿੰਦਾ ਕੰਟਰੋਲ ਹੁੰਦਾ ਕਿਹਦੇ ਉੱਪਰ, ਸਾਰੇ ਕੰਪਿਊਟਰ ਸਿਸਟਮ ਦੇ ਉੱਪਰ। ਠੀਕ ਹੈ, ਅਤੇ ਇਹ ਸਾਰਾ ਕੰਮ ਕੀ ਆ, ਕਰਨਲ ਦਾ ਹੁੰਦਾ ਹੈ। ਇਹ ਕੰਮ ਕਿਹਨੇ ਕਰਨਾ, ਕਰਨਲ ਨੇ ਕਰਨਾ ਸਾਰਾ ਕੰਟਰੋਲ। ਠੀਕ ਹੈ, ਇਹ ਸੰਭਾਲਣਾ ਐਵਰੀਥਿੰਗ ਇਨ ਦਾ ਸਿਸਟਮ। ਠੀਕ ਹੈ ਜੀ, ਸਮਝ ਲਓ ਕਿ ਪੰਜਾਬੀ 'ਚ ਆਪਾਂ ਕਹਿ ਦਿੰਦੇ ਹਾਂ ਕਿ ਇਸ ਬੰਦੇ ਦੀ ਰਿਸਪੋਂਸੀਬਿਲਿਟੀ ਆ, ਸਾਰਾ ਕੁਛ ਇਹਨੇ ਸੰਭਾਲਣਾ ਹੈ। ਕਿ ਜੋ ਕੰਮ ਹੋਊਗਾ, ਇਨਪੁੱਟ ਹੋਊਗੀ, ਆਊਟਪੁੱਟ ਹੋਊਗੀ, ਮੈਮਰੀ ਮੈਨੇਜਮੈਂਟ ਕਰਨੀ ਹੈ, ਠੀਕ ਹੈ, ਪ੍ਰੋਸੈਸ ਮੈਨੇਜਮੈਂਟ ਕਰਨੀ ਹੈ, CPU ਸ਼ਡਿਊਲਿੰਗ ਕਰਨੀ ਹੈ, ਸਭ ਕੁਛ ਇਹਦਾ ਕੰਮ ਹੈ। ਠੀਕ ਹੈ ਜੀ, ਤਾਂ ਕਰਕੇ ਕੀ ਹੋ ਜਾਂਦਾ ਕਿ ਬਹੁਤ ਮੋਸਟ ਇੰਪੋਰਟੈਂਟ ਪਾਰਟ ਹੋ ਜਾਂਦਾ ਕਿਹਦਾ, ਆਪਰੇਟਿੰਗ ਸਿਸਟਮ ਦਾ। ਠੀਕ ਹੈ, ਹੁਣ ਕਰਨਲ ਕੀ ਹੁੰਦਾ, ਜਿਹੜਾ ਫਸਟ ਪ੍ਰੋਗਰਾਮ ਹੁੰਦਾ ਜਾਂ ਜਿਹੜਾ ਲੋਡ ਹੁੰਦਾ ਆਪਰੇਟਿੰਗ ਸਿਸਟਮ ਦੇ ਵਿੱਚ। ਫਸਟ ਮਤਲਬ ਪਹਿਲਾ ਪ੍ਰੋਗਰਾਮ ਹੁੰਦਾ ਬੂਟ ਲੋਡਰ। ਠੀਕ ਹੈ, ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਕੰਪਿਊਟਰ ਔਨ ਕਰਦੇ ਹਾਂ, ਮੰਨ ਲਓ ਮੈਂ PC ਔਨ ਕਰਤਾ, ਬੰਦ ਪਿਆ ਸੀ ਕੰਪਿਊਟਰ ਚਾਹੇ ਲੈਪਟਾਪ। ਠੀਕ ਹੈ, ਸਭ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਲੋਡ ਹੋਊਗਾ ਮੈਮਰੀ ਦੇ ਵਿੱਚ ਉਹ ਹੁੰਦਾ ਬੂਟ ਲੋਡਰ। ਹੁਣ ਬੂਟ ਲੋਡਰ ਕੀ ਹੁੰਦਾ ਉਹ ਤੁਹਾਨੂੰ ਮੈਂ ਦੱਸ ਦਿੰਦਾ ਅਗਲੀ ਸਲਾਈਡ ਦੇ ਵਿੱਚ। ਜਦੋਂ ਬੂਟ ਲੋਡਰ ਲੋਡ ਹੋ ਗਿਆ ਉਸ ਤੋਂ ਬਾਅਦ ਕਿਹਦਾ ਟਰਨ ਆਏਗੀ, ਕਰਨਲ ਦੀ ਟਰਨ ਆ ਜਾਏਗੀ। ਉਸ ਤੋਂ ਬਾਅਦ ਆਊਗਾ ਭਾਈ ਕਰਨਲ। ਕਰਨਲ ਨੇ ਫਿਰ ਆ ਕੇ ਕੀ ਸੰਭਾਲਣਾ, ਸਾਰਾ ਕੰਮ ਕੀ ਸਾਰਾ ਇਹਦੇ ਨਾਲ ਅਟੈਚ ਹੈ। ਠੀਕ ਹੈ, ਆਪਣਾ ਕੀਬੋਰਡ ਲੱਗਾ ਹੋਇਆ ਸਿਸਟਮ ਦੇ ਨਾਲ, ਮਾਊਸ ਲੱਗਾ ਹੋਇਆ, ਕੀਬੋਰਡ ਤੋਂ ਕੁਛ ਐਂਟਰ ਹੋਇਆ ਤਾਂ ਉਹ ਕਿੱਥੇ ਜਾਏਗਾ, ਐਂਟਰ ਹੋ ਕੇ ਕਿਹੜੀ ਮੈਮਰੀ 'ਚ ਜਾਏਗਾ, ਸਾਰਾ ਕੰਮ ਕਿਹਦਾ, ਕਰਨਲ ਦਾ ਹੈ। ਠੀਕ ਹੈ ਜੀ। ਠੀਕ ਹੈ, ਅਤੇ ਕਹਿੰਦਾ ਜਿਹੜਾ ਕਰਨਲ ਹੈ ਤਦ ਤੱਕ ਮੈਮਰੀ 'ਚ ਰਹੂਗਾ, ਤਦ ਤੱਕ ਇਹ ਰੈਮ ਦੇ ਵਿੱਚ ਰਹਿੰਦਾ ਜਦ ਤੱਕ ਆਪਾਂ PC ਬੰਦ ਨਹੀਂ ਕਰ ਦਿੰਦੇ। ਮਤਲਬ ਸਟਾਰਟ ਹੋਣ ਤੋਂ ਲੈ ਕੇ ਐਂਡ ਤੱਕ ਕਰਨਲ ਕਿੱਥੇ ਰਹੂਗਾ, ਮੈਮਰੀ ਦੇ ਵਿੱਚ ਰਹੂਗਾ। ਕਿਹਦੇ ਤੋਂ ਬਾਅਦ, ਬੂਟ ਲੋਡਰ ਤੋਂ ਬਾਅਦ। ਠੀਕ ਹੈ ਜੀ, ਇਸ ਕਰਕੇ ਕਰਨਲ ਕੀ ਹੋ ਜਾਂਦਾ, ਮੋਸਟ ਇੰਪੋਰਟੈਂਟ ਪਾਰਟ ਆਫ ਦਾ ਆਪਰੇਟਿੰਗ ਸਿਸਟਮ। ਓਕੇ ਕਲੀਅਰ, ਕਰਨਲ ਹੁੰਦਾ ਕੀ ਹੈ। ਠੀਕ ਹੈ, ਹੁਣ ਬੂਟ ਸਟ੍ਰੈਪ ਲੋਡਰ ਕੀ ਹੁੰਦਾ, ਆਪਾਂ ਇਹਨੂੰ ਬੂਟਿੰਗ ਵੀ ਕਹਿ ਦਿੰਦੇ ਹਾਂ, ਬੂਟ ਲੋਡਰ ਵੀ ਕਹਿ ਦਿੰਦੇ ਹਾਂ। ਠੀਕ ਹੈ, ਬੂਟ ਸਟ੍ਰੈਪਿੰਗ ਵੀ ਕਹਿ ਦਿੰਦੇ ਹਾਂ। ਠੀਕ ਹੈ, ਹੁਣ ਜਿਹੜਾ ਬੂਟ ਲੋਡਰ ਹੁੰਦਾ ਉਹ ਪ੍ਰੋਗਰਾਮ ਮੈਮਰੀ ਦੇ ਵਿੱਚ ਸੇਵ ਹੁੰਦਾ, ਜਾਂ ਤਾਂ ਉਹ ਰੋਮ ਦੇ ਵਿੱਚ ਹੋਊਗਾ ਜਾਂ EPROM ਦੇ ਵਿੱਚ ਹੋਊਗਾ। ਤੁਹਾਨੂੰ ਮੈਂ ਕਰਾਇਆ ਸੀ ਨਾ ਟਾਈਪਸ ਆਫ ਰੋਮਸ, ਮਤਲਬ ਨੋਨ ਵੋਲਟਲ ਮੈਮਰੀ 'ਚ ਹੁੰਦਾ ਹੈ, ਕਿਉਂਕਿ ਇਹ ਪਰਮਾਨੈਂਟ ਸਟੋਰ ਹੁੰਦਾ ਕਿ ਜਿੰਨੀ ਵਾਰੀ ਆਪਾਂ PC ਔਨ ਕਰਾਂਗੇ ਉਨੀ ਵਾਰੀ ਇਹਨੇ ਕੀ ਹੋ ਜਾਣਾ, ਫਸਟ ਪ੍ਰੋਗਰਾਮ ਜਿਹੜਾ ਲੋਡ ਹੋਏਗਾ ਮੈਮਰੀ ਦੇ ਵਿੱਚ ਉਹ ਹੁੰਦਾ ਬੂਟ ਲੋਡਰ। ਠੀਕ ਹੈ, ਹੁਣ ਬੂਟ ਲੋਡਰ ਜਦੋਂ ਕਿ ਆਪਾਂ ਜਦੋਂ ਮੰਨ ਲਓ ਔਨ ਕਰਤਾ ਕੰਪਿਊਟਰ। ਠੀਕ ਹੈ, ਜਦੋਂ ਆਪਾਂ ਕੰਪਿਊਟਰ ਔਨ ਕਰਤਾ ਤਾਂ ਕੀ ਕਹਿੰਦਾ, ਬੂਟ ਲੋਡਰ ਕੀ ਕਰੂਗਾ, ਰੀਡਸ ਦਾ ਹਾਰਡ ਡਰਾਈਵ ਬੂਟ ਸੈਕਟਰ ਟੂ ਕੰਟੀਨਿਊ ਦਾ ਲੋਡ ਦਾ ਕੰਪਿਊਟਰ ਆਪਰੇਟਿੰਗ ਸਿਸਟਮ। ਮਤਲਬ ਜਿਹੜੀ ਹਾਰਡ ਡਿਸਕ ਹੁੰਦੀ ਹੈ ਉਹਦੇ ਕੀ ਕਰੂਗਾ, ਬੂਟ ਸੈਕਟਰ ਨੂੰ ਕੀ ਕਰੂਗਾ। ਠੀਕ ਹੈ, ਇੱਕ ਵਾਰੀ ਮਤਲਬ ਰੀਡ ਕਰੂਗਾ ਕਿ ਉਹ ਠੀਕ ਠਾਕ ਹੈ। ਜੇ ਠੀਕ ਠਾਕ ਹੈ ਤਾਂ ਸਪੇਸ ਹੈ ਉੱਥੇ, ਜੇ ਸਪੇਸ ਹੈਗੀ ਤਾਂ ਕਿਹਨੂੰ ਲੋਡ ਕਰ ਦੂਗਾ, ਆਪਰੇਟਿੰਗ ਸਿਸਟਮ ਨੂੰ, ਜਿਹਨੂੰ ਆਪਾਂ ਬੋਲਦੇ ਆ ਵਿੰਡੋ। ਆਪਾਂ ਤਾਂ ਹੀ ਜਦੋਂ PC ਔਨ ਕਰਦੇ ਹਾਂ ਇੱਕ ਬਲੈਕ ਸਕਰੀਨ ਚੱਲਦੀ ਹੈ। ਠੀਕ ਹੈ, ਉਹਨੂੰ ਬੋਲਦੇ ਆ ਬੂਟਿੰਗ ਬੋਲਦੇ ਆ। ਠੀਕ ਹੈ, ਬਾਇਓ ਸੈਟਿੰਗ ਬੋਲਦੇ ਆ। ਠੀਕ ਹੈ, ਠੀਕ ਹੈ, ਉਸ ਤੋਂ ਬਾਅਦ ਕੀ ਹੋ ਜਾਂਦਾ ਆਪਣਾ ਕੰਮ, ਕਹਿੰਦਾ ਦਾ ਟਰਮ ਬੂਟ ਲੋਡਰ ਕਿੱਥੋਂ ਆਈ ਹੈ, ਇਹ ਮਤਲਬ ਇੱਕ ਫਰੇਜ਼ ਵਰਡ ਹੈ ਜਿਹਨੂੰ ਕਹਿੰਦੇ ਪੁੱਲ ਯੂਅਰ ਸੈਲਫ ਅਪ ਬਾਏ ਯੂਅਰ ਬੂਟ ਸਟ੍ਰੈਪਸ। ਠੀਕ ਹੈ, ਇੱਕ ਸਿਰਫ ਸਮਝਣ ਦਾ ਤਰੀਕਾ ਕਿ ਇਹ ਵਰਡ ਆਇਆ ਕਿੱਥੋਂ ਆ, ਬੂਟ ਲੋਡਰ ਜਾਂ ਬੂਟ ਸਟ੍ਰੈਪ ਕਿੱਥੋਂ ਆਇਆ। ਠੀਕ ਹੈ, ਇਸ ਤੋਂ ਬਾਅਦ ਜਦੋਂ ਕਹਿੰਦਾ ਪ੍ਰੋਗਰਾਮ, ਜਦੋਂ ਆਪਾਂ ਚਾਹੇ PC ਬੰਦ ਕਰੀਏ ਚਾਹੇ ਰੀਸਟਾਰਟ ਕਰੀਏ, ਕਹਿੰਦਾ ਜਿਹੜਾ ਬੂਟ ਲੋਡਰ ਉਹ ਫਸਟ ਪ੍ਰੋਗਰਾਮ ਹੈ ਜਿਹੜਾ ਲੋਡ ਹੁੰਦਾ ਹੈ ਇਹਦੇ ਵਿੱਚ, ਜਿਹਨੂੰ ਬੋਲਦੇ ਆ ਪਾਵਰ ਔਨ ਸੈਲਫ ਟੈਸਟ। ਇਹ ਕੁਐਸਚਨ ਬਹੁਤ ਵਾਰ ਆਉਂਦਾ ਪੇਪਰ ਦੇ ਵਿੱਚ ਕਿ ਵਾਟ ਇਜ਼ ਦਾ ਫੁੱਲ ਫਾਰਮ ਆਫ ਪੋਸਟ। ਉੱਥੇ ਲਿਖਿਆ ਹੁੰਦਾ ਪਾਵਰ ਮਤਲਬ ਆਫ ਲਿਖਿਆ ਜਾਂਦਾ ਜਾਂ ਕੁਛ ਹੋਰ ਲਿਖਿਆ ਜਾਂਦਾ, ਇਹ ਹੁੰਦਾ ਪਾਵਰ ਔਨ ਸੈਲਫ ਟੈਸਟ। ਮਤਲਬ ਜਦੋਂ ਆਪਾਂ ਪਾਵਰ ਔਨ ਕੀਤੀ, ਜਿਹੜਾ ਸੈਲਫ ਟੈਸਟ ਕਰੂਗਾ ਕੰਪਿਊਟਰ, ਆਪਣੇ ਆਪ ਨੂੰ ਟੈਸਟ ਕਰੂਗਾ ਕਿ ਮੇਰੇ ਸਾਰੇ ਪਾਰਟ ਠੀਕ ਚੱਲ ਰਹੇ ਆ ਭਾਈ, ਮੇਰੇ ਵਿੱਚ ਜਿਹੜਾ ਪ੍ਰੋਗਰਾਮ ਲੋਡ ਹੋਣਾ ਹੈ, ਵਿੰਡੋ ਲੋਡ ਹੋਣੀ ਹੈ, ਠੀਕ ਹੋ ਜਾਏ। ਤੁਸੀਂ ਕਈ ਵਾਰ ਦੇਖਿਆ ਹੋਊਗਾ ਕਈ ਵਾਰੀ ਵਿੰਡੋ ਦੀ ਕੋਈ ਫਾਈਲ ਕਰਪਟ ਹੋ ਜਾਂਦੀ ਆ, ਆਪਾਂ PC ਔਨ ਕਰਦੇ ਹਾਂ ਵਿੰਡੋ ਲੋਡ ਹੀ ਨਹੀਂ ਹੁੰਦੀ, ਉੱਥੇ ਲਿਖਿਆ ਆ ਜਾਂਦਾ ਨਾ ਕਿ ਆਪਰੇਟਿੰਗ ਸਿਸਟਮ ਇਜ਼ ਨਾਟ ਲੋਡਿਡ ਜਾਂ ਕੋਈ ਐਰਰ ਮੈਸੇਜ ਆ ਜਾਂਦਾ। ਤਾਂ ਉਹੀ ਹੁੰਦਾ ਕਿ ਬੂਟ ਸਟ੍ਰੈਪ ਨੇ ਚੈੱਕ ਕੀਤਾ ਹੁੰਦਾ ਕਿ ਜਿਹੜਾ ਆਪਰੇਟਿੰਗ ਸਿਸਟਮ ਆ ਠੀਕ ਠਾਕ ਹੈ, ਜੇ ਨਹੀਂ ਠੀਕ ਆ ਤਾਂ ਉਹ ਉੱਥੇ ਕੀ ਕਰ ਲੂਗਾ, ਐਰਰ ਮੈਸੇਜ ਦੇ ਦੂਗਾ।
ठीक है, क्लीयर है जी। ये ਹੁੰਦਾ ਬੂਟਸਟ੍ਰੈਪ ਲੋਡਰ ਹੁੰਦਾ ਭਾਈ। ਇਹਦੇ ਬਾਰੇ ਬਸ ਇਹੀ ਇਹ ਜਿਹੜਾ ਕੁਐਸਚਨ ਪੇਪਰ 'ਚ ਆ ਸਕਦਾ ਕਿ ਬੂਟਸਟ੍ਰੈਪ ਲੋਡਰ ਹੁੰਦਾ ਕੀ ਹੈ, ਮਤਲਬ ਫਸਟ ਪ੍ਰੋਗਰਾਮ ਹੁੰਦਾ ਜਿਹੜਾ ਮੈਮਰੀ 'ਚ ਲੋਡ ਹੁੰਦਾ, ਇਹੀ ਕੁਐਸਚਨ ਆਉਂਦਾ। ਜਾਂ ਇਹ ਆ ਸਕਦਾ ਹੈ ਕਿ ਪੋਸਟ ਦੀ ਫੁੱਲ ਫਾਰਮ ਕੀ ਹੈ, ਤਾਂ ਪਾਵਰ ਔਨ ਸੈਲਫ ਟੈਸਟ ਦੈਟ ਇਜ਼ ਕਾਲਡ ਪੋਸਟ। ਪੋਸਟ ਹਮੇਸ਼ਾ ਕੈਪੀਟਲ ਦੇ ਵਿੱਚ ਲਿਖਿਆ ਹੁੰਦਾ, ਠੀਕ ਹੈ। ਹੁਣ ਉਸ ਤੋਂ ਬਾਅਦ ਕੀ ਹੋ ਜਾਂਦਾ, ਕਹਿੰਦਾ ਕਰਨਲ ਦਾ ਕੰਮ ਹੁਣ ਹੈ ਕੀ ਕੰਮ ਕੀ ਕਰਦਾ ਹੈ। ਕਰਨਲ ਦਾ ਕੰਮ ਸਾਰਾ ਹੁੰਦਾ ਲੋ ਲੈਵਲ 'ਤੇ। ਲੋ ਲੈਵਲ ਦਾ ਮਤਲਬ ਕੀ ਹੈ ਕਿ ਹੁਣ ਡਿਸਕ ਮੈਨੇਜਮੈਂਟ ਕਰਨੀ ਆ ਜਿਹਨੂੰ ਆਪਾਂ, ਠੀਕ ਹੈ, ਜਿਵੇਂ ਹਾਰਡ ਡਿਸਕ ਹੈ ਉਹਨੂੰ ਕਿਹੜੇ ਸੈਕਟਰ 'ਚ ਵੰਡਣਾ ਹੈ, ਮੈਮਰੀ ਮੈਨੇਜਮੈਂਟ ਕਰਨੀ ਆ, ਰੈਮ ਲੈਣੀ, ਰੋਮ ਲੈਣੀ ਆ, ਠੀਕ ਹੈ, ਸੈਕੰਡਰੀ ਮੈਮਰੀ ਲੈਣੀ ਆ, ਆਪਟੀਕਲ ਮੈਮਰੀ ਲੈਣੀ ਆ, ਠੀਕ ਹੈ, ਉਹਨਾਂ ਵਿੱਚ ਕਮਿਊਨੀਕੇਸ਼ਨ ਕਰਾਉਣੀ, ਸਾਰਾ ਕੰਮ ਕਿਹਦਾ ਕਰਨਲ ਦਾ, ਜਿਹਨੂੰ ਆਪਾਂ ਕਹਿ ਦਿੰਦੇ ਦੇਖੋ ਇਟ ਪ੍ਰੋਵਾਈਡ ਐਨ ਇੰਟਰਫੇਸ ਬਿਟਵੀਨ ਦਾ ਯੂਜ਼ਰ ਐਂਡ ਦਾ ਹਾਰਡਵੇਅਰ ਕੰਪੋਨੈਂਟ। ਠੀਕ ਹੈ, ਹੁਣ ਹਾਰਡਵੇਅਰ ਕੰਪੋਨੈਂਟ ਕਿਹੜੇ ਹੋ ਗਏ ਆਪਣੇ, ਜਿਵੇਂ ਹੁਣ ਜਿਵੇਂ ਆਪਣਾ CPU ਸਾਰਾ ਹਾਰਡਵੇਅਰ ਹੀ ਆ, ਉਹਦੇ ਵਿੱਚ ਚਾਹੇ ਮਦਰਬੋਰਡ ਹੈ, ਚਾਹੇ ਰੈਮ ਹੈ, ਚਾਹੇ ਰੋਮ ਹੈ, ਚਾਹੇ ਹਾਰਡ ਡਿਸਕ ਹੈ, ਸਾਰਾ ਕੁਛ ਆ ਕੀ ਹੈ ਉਹ ਹਾਰਡਵੇਅਰ ਹੈ। ਤਾਂ ਉਹਦਾ ਸੌਫਟਵੇਅਰ ਦੇ ਨਾਲ ਕੀ ਕਰਾਉਣਾ, ਤਾਲਮੇਲ ਬਿਠਾਉਣਾ, ਕਿਹਦਾ ਕੰਮ ਹੈ ਕਰਨਲ ਦਾ। ਠੀਕ ਹੈ, ਜਦੋਂ ਕਹਿੰਦਾ ਵੀ ਕਦੋਂ ਵੀ ਆਪਾਂ ਕੋਈ ਪ੍ਰੋਸੈਸ ਚਲਾਉਣੇ ਆ, ਜਦੋਂ ਆਪਾਂ ਕੋਈ ਕੰਮ ਕਰਦੇ ਹਾਂ, ਚਾਹੇ ਆਪਾਂ ਕੋਈ ਫੋਟੋ ਖੋਲ੍ਹਦੇ ਹਾਂ, ਉਹ ਰਿਕੁਐਸਟ ਕਿਹਨੂੰ ਕਰੂਗਾ, ਕਰਨਲ ਨੂੰ ਕਰੂਗਾ, ਅਤੇ ਉਹਨੂੰ ਕੀ ਬੋਲਦੇ ਆਪਾਂ, ਸਿਸਟਮ ਕਾਲ। ਅਗਰ ਕੁਐਸਚਨ ਆ ਜਾਏ ਵਾਟ ਇਜ਼ ਸਿਸਟਮ ਕਾਲ, ਸਿਸਟਮ ਕਾਲ ਕੀ ਹੁੰਦੀ ਹੈ, ਜਦੋਂ ਕੋਈ ਪ੍ਰੋਸੈਸ ਰਿਕੁਐਸਟ ਕਰਦਾ ਕਰਨਲ ਨੂੰ, ਦੈਟ ਇਜ਼ ਕਾਲਡ ਸਿਸਟਮ ਕਾਲ। ਠੀਕ ਹੈ ਜੀ, ਸਿਸਟਮ ਕਾਲ ਕਰਦੇ ਉਹਨੂੰ ਬੋਲਦੇ, ਮਤਲਬ ਇੱਕ ਟੈਕਨੀਕਲ ਵਰਡ ਦਿੱਤਾ ਕਿ ਸਿਸਟਮ ਕਾਲ। ਜਦੋਂ ਆਪਾਂ ਕਰਨਲ ਨੂੰ, ਜਦੋਂ ਵੀ ਕਿਸੇ ਪ੍ਰੋਸੈਸ ਨੇ ਲੋਡ ਹੋਣਾ ਮੈਮਰੀ ਦੇ ਵਿੱਚ, ਉਹ ਕਰਨਲ ਨੂੰ ਰਿਕੁਐਸਟ ਕਰੂਗਾ। ਉਸ ਤੋਂ ਬਾਅਦ ਜਿਹੜਾ ਸਭ ਤੋਂ ਜਿਹੜਾ ਮੇਨ ਇੰਪੋਰਟੈਂਟ ਪਾਰਟ ਹੈਗਾ, ਇਹ ਹੈਗਾ ਭਾਈ ਜਿਹੜਾ ਕਰਨਲ ਹੁੰਦਾ ਹੈ, ਕਹਿੰਦਾ ਇੱਕ ਵੱਖਰੇ ਸਪੇਸ ਦੇ ਵਿੱਚ ਪ੍ਰੋਟੈਕਟ ਹੁੰਦਾ ਹੈ। ਹੁਣ ਜੇ ਮੰਨ ਲਓ ਰੈਮ ਆ ਮੇਰੀ, ਇਹ ਮੰਨ ਲਓ ਮੇਰੀ ਰੈਮ ਆ, ਇਹਦੇ ਵਿੱਚ ਕੀ ਹੋ ਜਾਣਗੇ, ਦੋ ਪਾਰਟ ਹੋ ਜਾਣਗੇ, ਇੱਥੇ ਕਰਨਲ ਹੋਏਗਾ, ਇੱਥੇ ਹੋਏਗਾ ਯੂਜ਼ਰ ਮਤਲਬ ਕਿ ਜੋ ਵੀ ਮੈਂ ਫੋਟੋ ਖੋਲੂੰਗਾ ਜਾਂ ਕੋਈ ਕੰਮ ਕਰੂੰਗਾ, ਉਹ ਇੱਥੇ ਜਿਵੇਂ ਮੈਂ ਤੁਹਾਨੂੰ ਕਰਾਈ ਸੀ ਨਾ, ਸ਼ਡਿਊਲਿੰਗ ਕਰਾਈ ਸੀ 2 ਜਾਂ 3, ਠੀਕ ਹੈ, ਉਹ ਅਲੱਗ ਸਪੇਸ ਹੁੰਦਾ, ਯੂਜ਼ਰ ਸਪੇਸ ਹੁੰਦਾ, ਕਰਨਲ ਦਾ ਸਪੇਸ ਅਲੱਗ ਹੁੰਦਾ। ਠੀਕ ਹੈ, ਉਹੀ ਚੀਜ਼ਾਂ ਲਿਖੀ ਹੋਈ ਹੈ, ਕਹਿੰਦਾ ਸੈਪਰੇਟ ਏਰੀਆ ਆਫ ਦਾ ਮੈਮਰੀ ਐਂਡ ਦਿਸ ਏਰੀਆ ਇਜ਼ ਨਾਟ ਐਕਸੈਸੀਬਲ ਬਾਏ ਦਾ ਐਪਲੀਕੇਸ਼ਨ ਪ੍ਰੋਗਰਾਮ। ਮਤਲਬ ਯੂਜ਼ਰ ਦੇ ਜਿਹੜੇ ਪ੍ਰੋਗਰਾਮ ਆ ਇਹਨੂੰ ਅਸੈਸ ਨਹੀਂ ਕਰ ਸਕਦੇ, ਇਹ ਪ੍ਰੋਟੈਕਟਿਡ ਹੁੰਦਾ। ਠੀਕ ਹੈ, ਤਾਂ ਜਿਹੜਾ ਕਰਨਲ ਹੁੰਦਾ ਕਿੱਥੇ ਲੋਡ ਹੁੰਦਾ, ਪ੍ਰੋਟੈਕਟਿਡ ਸਪੇਸ ਏਰੀਆ ਦੇ ਵਿੱਚ ਲੋਡ ਹੁੰਦਾ। ਠੀਕ ਹੈ, ਜਿਹੜਾ ਬਾਕੀ ਜਿਹੜਾ ਬਚ ਗਿਆ ਉਹਨੂੰ ਕੀ ਕਹਿੰਦੇ ਆ, ਯੂਜ਼ਰ ਸਪੇਸ ਕਹਿੰਦੇ ਆ, ਜਿੱਥੇ ਆਪਾਂ ਕੋਈ ਕੰਮ ਕਰ ਸਕਦੇ ਹਾਂ। ਮੰਨ ਲਓ ਕੋਈ ਆਪਾਂ ਫੋਟੋ ਖੋਲ੍ਹ ਲਈ, ਕੋਈ ਆਪਾਂ ਗਾਣੇ ਸੁਣ ਰਹੇ ਹਾਂ, ਜਾਂ ਆਪਾਂ ਵਰਡ ਦੀ ਫਾਈਲ ਖੋਲ੍ਹ ਲਈ, ਸਾਰੀ ਕੁਛ ਉੱਥੇ ਹੋਊਗਾ। ਹੁਣ ਦੇਖੋ ਦੋਨੇ ਏਰੀਆ ਸੈਪਰੇਟ ਆ, ਜਿਵੇਂ ਦੋ ਆ, ਲੇਕਿਨ ਦੋਨਾਂ ਨੇ ਕੰਮ ਤਾਂ ਇਕੱਠੇ ਕਰਨਾ ਨਾ, ਤਾਂ ਆਪਸ ਵਿੱਚ ਕੀ ਕਰਨਗੇ, ਤਾਲਮੇਲ ਤਾਂ ਕਰਨਗੇ, ਜਿਵੇਂ ਕੋਈ ਮੈਸੇਜ ਕਰਕੇ ਜਾਂ ਕੁਛ ਕਰਕੇ, ਕਮਿਊਨੀਕੇਸ਼ਨ ਕਰਕੇ। ਇਸ ਕਰਕੇ ਕੀ ਹੋ ਜਾਂਦਾ ਕਿ ਜਿਹੜਾ ਇਹਦੀ ਸਪੀਡ ਹੁੰਦੀ ਹੈ ਸਲੋ ਹੋ ਜਾਂਦੀ ਹੈ, ਜਿਹੜੇ ਆਪਰੇਟਿੰਗ ਸਿਸਟਮ ਦੇ ਵਿੱਚ ਕੀ ਹੋਊਗਾ, ਅਲੱਗ-ਅਲੱਗ ਸਪੇਸ ਹੋਊਗੀ, ਉਹਦੇ ਵਿੱਚ ਕੀ ਹੋ ਜਾਊਗੀ, ਸਪੀਡ ਸਲੋ ਹੋ ਜਾਊਗੀ। ਠੀਕ ਹੈ, ਕਿਉਂਕਿ ਦੋਨਾਂ ਦੇ ਵਿੱਚ ਕਮਿਊਨੀਕੇਸ਼ਨ ਹੋਣ 'ਤੇ ਟਾਈਮ ਲੱਗੂਗਾ। ਇਹ ਆਪਾਂ ਅਗਲੀ ਸਲਾਈਡ 'ਚ ਪੜ੍ਹਦੇ ਹਾਂ, ਕਿਹੜੇ 'ਚ ਮਤਲਬ ਅਲੱਗ-ਅਲੱਗ ਸਪੇਸ ਹੁੰਦੀ ਆ, ਕਿਹੜੇ 'ਚ ਸੇਮ ਸਪੇਸ ਹੁੰਦੀ ਆ। ਠੀਕ ਹੈ, ਦੋ ਤਰ੍ਹਾਂ ਦੇ ਹੁੰਦੇ ਆ। ਠੀਕ ਹੈ, ਉਹ ਆਪਾਂ ਅੱਗੇ ਪੜ੍ਹਦੇ ਹਾਂ। ਪਤਾ ਚੱਲ ਗਿਆ ਭਾਈ ਕਰਨਲ ਕਰਦਾ ਕੀ ਆ। ਹੁਣ ਆਏਗਾ ਦੇਖੋ ਨਿਚੋੜ ਕੱਢਿਆ ਹੋਇਆ ਵੀਡੀਓ ਦਾ, ਤੁਸੀਂ ਪੜ੍ਹ ਲਿਓ, ਤੁਹਾਡੇ ਵਾਸਤੇ ਮੈਂ ਪੁਆਇੰਟ ਦੇ ਵਿੱਚ ਲਿਖਤਾ, ਕਿਉਂਕਿ ਅੱਗੇ ਮੈਂ ਥਿਊਰੀ ਲਿਖੀ ਸੀ, ਥਿਊਰੀ ਕਈ ਵਾਰ ਬੋਰਿੰਗ ਲੱਗਦੀ ਹੈ, ਇਸ ਕਰਕੇ ਮੈਂ ਪੁਆਇੰਟ ਵਾਈਜ਼ ਲਿਖਤਾ ਤੁਹਾਨੂੰ ਕਿ ਵਾਟ ਇਜ਼ ਕਰਨਲ, ਇਹਨੂੰ ਪੜ੍ਹ ਲਿਓ। ਠੀਕ ਹੈ, ਹੁਣ ਨੈਕਸਟ ਕੀ ਆ, ਦੇਖੋ ਡਾਇਗਰਾਮ ਦੇਖ ਲਓ ਭਾਈ। ਇਹ ਦੇਖੋ ਇਹ ਆਪਣਾ ਕੀ ਆ, CPU ਵੀ ਹਾਰਡਵੇਅਰ ਹੁੰਦਾ, ਮੈਮਰੀ ਵੀ ਹਾਰਡਵੇਅਰ ਹੁੰਦੇ ਆ, ਡਿਵਾਈਸਿਸ ਜਿਹੜੀ ਕੀਬੋਰਡ, ਮਾਊਸ ਹੋ ਗਿਆ ਤੁਹਾਡਾ, ਸਪੀਕਰ ਹੋ ਗਏ, ਪ੍ਰਿੰਟਰ ਹੋ ਗਏ, ਸਕੈਨਰ ਹੋ ਗਏ। ਆਹ ਦੇਖੋ ਕਰਨਲ ਦਾ ਕੀ ਹੋ ਗਿਆ, ਆਪਰੇਟਿੰਗ ਸਿਸਟਮ ਦੇ ਵਿੱਚ ਕੀ ਆ ਕਰਨਲ, ਜਿਹੜਾ ਕੀ ਕਰਦਾ, ਵਿਚੋਲੇ ਦਾ ਕੰਮ ਕਰਦਾ, ਇੰਟਰਫੇਸ ਦਾ ਕੰਮ ਕਰਦਾ ਐਪਲੀਕੇਸ਼ਨ ਅਤੇ ਹਾਰਡਵੇਅਰ ਦੇ ਵਿੱਚ। ਐਪਲੀਕੇਸ਼ਨ ਹੋ ਗਈਆਂ ਸੌਫਟਵੇਅਰ ਹੀ ਹੁੰਦਾ ਨਾ ਐਪਲੀਕੇਸ਼ਨ 'ਚ, ਜਿਵੇਂ ਫੇਸਬੁੱਕ ਦੀ ਇੱਕ ਐਪਲੀਕੇਸ਼ਨ ਹੈ, ਵਟਸਐਪ ਦੀ ਐਪਲੀਕੇਸ਼ਨ ਹੈ। ਠੀਕ ਹੈ, ਜਾਂ ਆਹ ਡਾਇਗਰਾਮ ਦੇਖ ਲਓ, ਕਰਨਲ ਸੈਂਟਰ 'ਚ ਪਿਆ ਨਾ ਹਾਰਡਵੇਅਰ ਅਤੇ ਸੌਫਟਵੇਅਰ ਦੇ। ਠੀਕ ਹੈ ਭਾਈ, ਇਹਨੂੰ ਪੜ੍ਹ ਲਿਓ ਇੱਕ ਵਾਰੀ, ਹੁਣ ਦਿਮਾਗ 'ਚ ਬਿਠਾ ਲਿਓ। ਆਪਰੇਟਿੰਗ ਸਿਸਟਮ ਹੀ ਆ ਇੱਕ, ਆਪਰੇਟਿੰਗ ਸਿਸਟਮ ਦਾ ਇੰਟਰਨਲ ਪਾਰਟ ਆ ਉਹ ਕਰਨਲ ਹੈ। ਠੀਕ ਹੈ, ਕਿਉਂਕਿ ਆਪਰੇਟਿੰਗ ਸਿਸਟਮ ਵਿੱਚ ਬਹੁਤ ਕੁਛ ਹੁੰਦਾ। ਹੁਣ ਇਹਦਾ ਫੰਕਸ਼ਨ ਕੰਮ ਕੀ ਕਰਦਾ ਦੇਖੋ, ਅਸੈਸ ਕੰਪਿਊਟਰ ਰਿਸੋਰਸ। ਹੁਣ ਕੋਈ ਵੀ ਇਨਪੁਟ ਆਊਟਪੁੱਟ ਡਿਵਾਈਸ ਲੱਗੀ ਆ, ਸਾਰਾ ਕੁਛ ਕੰਮ ਕਿਹਦਾ ਕਰਨਲ ਦਾ। ਰਿਸੋਰਸ ਮੈਨੇਜਮੈਂਟ, ਹੁਣ ਰਿਸੋਰਸ ਮੈਨੇਜਮੈਂਟ ਹੋ ਗਿਆ, ਜਿਵੇਂ ਪੈਰੀਫੇਰਲ ਡਿਵਾਈਸਿਸ ਹੋ ਗਈਆਂ, ਇਨਪੁਟ ਜਿਵੇਂ ਕੀਬੋਰਡ ਹੋ ਗਿਆ, ਮਾਊਸ ਹੋ ਗਿਆ। ਠੀਕ ਹੈ, ਸਾਰਾ ਕੁਛ ਇਹ ਸਾਰਾ ਕੰਮ ਕਿਹਨੇ ਸੰਭਾਲਣਾ ਹੈ, ਉਹਦੀ ਮੈਨੇਜਮੈਂਟ ਕਿਹਨੇ ਕਰਨੀ ਆ, ਕਰਨਲ ਨੇ ਕਰਨੀ ਹੈ। ਇਹ ਸਿਰਫ ਪੜ੍ਹਨ ਵਾਲੀਆਂ ਗੱਲਾਂ ਹੈ, ਦੇਖੋ ਇਹ ਤਾਂ ਕੋਈ ਬਹੁਤ ਈਜ਼ੀ ਨੇ। ਉਸ ਤੋਂ ਬਾਅਦ ਮੈਮਰੀ ਮੈਨੇਜਮੈਂਟ ਤੁਹਾਨੂੰ ਮੈਂ ਦੱਸਤਾ। ਠੀਕ ਹੈ, ਮੈਮਰੀ ਮੈਨੇਜਮੈਂਟ ਹੋ ਗਿਆ ਆਪਣਾ, ਇਹ ਸਾਰਾ ਕੰਮ ਕਿਹਨੇ ਕਰਨਾ, ਦੇਖੋ ਕਿਹੜਾ ਪ੍ਰੋਸੈਸ ਕਿਸ ਟਾਈਮ 'ਤੇ ਐਗਜ਼ੀਕਿਊਟ ਹੋਊਗਾ, ਜਿਹੜਾ ਆਪਾਂ CPU ਸ਼ਡਿਊਲਿੰਗ ਦੇ ਵਿੱਚ ਕੀਤਾ ਵੀ ਦੋ ਪ੍ਰੋਸੈਸ ਹੈ, ਕਿਹੜੇ ਟਾਈਮ 'ਤੇ ਮੈਮਰੀ ਲੈਣੀ ਹੈ, ਕਿਹੜੇ ਟਾਈਮ 'ਤੇ ਮੈਮਰੀ ਛੱਡਣੀ ਹੈ। ਦੇਖੋ ਐਲੋਕੇਟ ਕਰਨੀ ਅਤੇ ਡੀ ਐਲੋਕੇਟ ਕਰਨੀ, ਮੈਮਰੀ ਨੂੰ ਲੈਣਾ ਅਤੇ ਛੱਡਣਾ। ਠੀਕ ਹੈ, ਐਗਜ਼ੀਕਿਊਟ ਕਰਨਾ, ਸਾਰਾ ਕੰਮ ਕਿਹਦਾ, ਕਰਨਲ ਦਾ ਕੰਮ ਹੈ। ਡਿਵਾਈਸ ਮੈਨੇਜਮੈਂਟ ਦੇ ਵਿੱਚ ਉਹੀ ਆ ਗਿਆ ਆਪਣਾ। ਠੀਕ ਹੈ, ਜਾਂ ਪੈਰੀਫੇਰਲ ਡਿਵਾਈਸਿਸ ਜਿਹੜੀਆਂ ਕੀਬੋਰਡ, ਮਾਊਸ ਜਿਹੜੇ ਅਟੈਚ ਆ, ਉਹਨਾਂ ਨੂੰ ਕਿਸ ਟਾਈਮ 'ਤੇ ਜਦੋਂ ਆਪਾਂ ਐਂਟਰ ਕਰਦੇ ਕੋਈ ਡਾਟਾ, ਉਹਨੂੰ ਕਿੱਥੇ ਮੈਮਰੀ ਦੇਣੀ ਆ, ਕਿੱਥੇ ਨਹੀਂ ਦੇਣੀਗੀ, ਉਹ ਸਾਰਾ ਕੰਮ ਕਿਹਦਾ, ਕਰਨਲ ਦਾ ਕੰਮ ਹੈ। ਠੀਕ ਹੈ, ਫੰਕਸ਼ਨਸ ਨੇ ਪੜ੍ਹਦੇ, ਉੱਥੇ ਥਿਊਰੀ ਤੁਹਾਡੇ ਵਾਸਤੇ ਐਡ ਕੀਤੀ ਹੋਈ ਆ। ਹੁਣ ਦੇਖੋ ਬੇਸਿਕਲੀ ਦੋ ਤਰ੍ਹਾਂ ਦੇ ਕਰਨਲ ਹੁੰਦੇ, ਇੱਕ ਮੋਨੋਲਿਥਿਕ, ਇੱਕ ਹੁੰਦਾ ਮਾਈਕਰੋ। ਹੁਣ ਮੋਨੋਲਿਥਿਕ ਕਰਨਲ ਕਿਹੜਾ ਹੁੰਦਾ, ਮੋਨੋਲਿਥਿਕ ਕਰਨਲ ਉਹ ਹੁੰਦਾ ਜਿਹਦੇ ਵਿੱਚ ਨਾ ਸੈਪਰੇਟ ਮੈਮਰੀ ਸਪੇਸ ਨਹੀਂ ਹੁੰਦਾ ਗਾ। ਮਤਲਬ ਜਿਵੇਂ ਹੁਣ ਤੁਹਾਨੂੰ ਮੈਂ ਸਟਾਰਟਿੰਗ ਵਿੱਚ ਕਰਾਇਆ ਨਾ ਕਿ ਜਿਹੜਾ ਕਰਨਲ ਹੈ ਉਹ ਅਲੱਗ ਮੈਮਰੀ ਸਪੇਸ 'ਤੇ ਲੋਡ ਹੁੰਦਾ ਅਤੇ ਯੂਜ਼ਰ ਮੈਮਰੀ ਸਪੇਸ ਅਲੱਗ ਹੁੰਦਾ। ਪਰ ਜਿਹੜਾ ਮੋਨੋਲਿਥਿਕ ਕਰਨਲ ਹੈ ਨਾ, ਉਹਦੇ ਵਿੱਚ ਕੀ ਹੁੰਦਾ, ਜੇ ਮੈਮਰੀ ਸਪੇਸ ਦੋਨੇ ਇਕੱਠੇ ਹੁੰਦੇ ਆ, ਯੂਜ਼ਰ ਅਤੇ ਆਪਣੇ ਕਰਨਲ ਦਾ।
ठीक है। हुण पढ़ दो, ये लिखा होया कहंदा मोनोलिथिक कर्नल आर दोज कर्नल वेयर द यूजर सर्विस एंड द कर्नल सर्विस आर इंप्लीमेंटेड इन द सेम मैमरी स्पेस। मतलब उत्थे मैमरी स्पेस वखरा वखरा नहीं होऊगा, तां करके की हो जांदा कि जिहड़ा कर्नल दा साइज़ हुंदा ना, वो इनक्रीज़ हो जांदा है, क्योंकि इकट्ठा मैमरी स्पेस हुंदा है, ते इस करके जिहड़ा ऑपरेटिंग सिस्टम हुंदा वो कोई हो जांदा इनक्रीज़ इन लार्ज साइज़ दे विच मैमरी ऑपरेटिंग सिस्टम हो जांदा है। किस टाइप दे विच? अपना मोनोलिथिक कर्नल दे विच, क्योंकि दोने की करदे आ सेम मैमरी स्पेस शेयर करदे आ, तां करके की हो जांदा कर्नल दा साइज़ वड्डा हो जांदा है। कि जदों कर्नल वड्डा होऊगा तो ऑटोमैटिकली ऑपरेटिंग सिस्टम दा साइज़ की हो जाऊगा? वड्डा हो जाऊगा। ठीक है। पर यह थोड़ा जिहा फास्टर हुंदा, क्योंकि फास्ट तां हुंदा क्योंकि अलग अलग मैमरी स्पेस नहीं हुंदा, कॉमन मैमरी स्पेस शेयर करदा है। इत्थे ही कर्नल पिया, इत्थे यूजर एप्लीकेशन पईआं, तो आपस विच कम्यूनीकेट करना आसान है, तां करके इहदी स्पीड की हुंदी है? वध हुंदी है। हुण जिवें यूनिक्स हो गया, लाइनक्स हो गया, ये देखो ऑपरेटिंग सिस्टम के टाइप्स ने, ये की हो जांदियां, ये अंडर आंदियां मोनोलिथिक के अंडर। ठीक है भाई, अगे डायग्राम च समझा दिंदा हुंदा की है। आ देख लो, ये दोनों स्पेस इकट्ठी है, जान के मैं ये कलर अलग अलग किया कि तुहानूं पता लग जे। आ देखो हार्डवेयर अलग पिया, ठीक है, हार्डवेयर अलग पिया, लेकिन ये की है, ये इकट्ठे पे जिवें कोई एप्लीकेशनस हो गई, लाइब्रेरीज हो गई, फाइल पईआं, इंटर प्रोसैस कम्यूनीकेशन हुंदी है, दो प्रोसैस दे विच कम्यूनीकेशन, इनपुट आउटपुट डिवाइसिस, सारा फंडामेंटल मैनेजमेंट सारा कुछ किहदे विच पिया? इकट्ठे स्पेस दे विच पिया। जिथे यूजर भी पिया, यूजर स्पेस भी हैगी आ ते कर्नल स्पेस भी हैगी आ। ये हो गया मोनोलिथिक कर्नल। हुण भाई गल करते हैं माइक्रो की। माइक्रो के की हो जू, पहले ये एडवांटेज पढ़ लो। एडवांटेज की है, कहता CPU शेड्यूलिंग होगी, मैमरी शेड्यूलिंग होगी, फाइल मैनेजमेंट हो गया, सारा सिस्टम कॉल के थ्रू होगा। सिस्टम कॉल कदों होंदी है? जो कर्नल काम करता है। ठीक है। एक ही कहता फास्ट है, तुहानूं मैं हुण दस्सिया क्यों, क्योंकि नो सैपरेट मैमरी स्पेस फॉर यूजर एंड कर्नल, दोनों की करते हैं, कॉमन मैमरी शेयर करते हैं। उस तो बाद देखो हुण कर्नल, माइक्रो कर्नल की कहता, माइक्रो कर्नल डिफरेंट है कि मोनोलिथिक कर्नल तो, क्योंकि बिकाज एक ही करता है सैपरेट मैमरी दे विच हुंदे आ। देखो यूजर स्पेस अलग हुंदा, कर्नल स्पेस अलग हुंदा इहदे विच। ठीक है। तो ये करके की हो जाता, अपना कर्नल का साइज़ रिड्यूस हो जाता, तो ऑटोमैटिकली ऑपरेटिंग सिस्टम की होगा? छोटा होगा। ठीक है। हुण देखो ये की है, कहता एज वी आर यूजिंग डिफरेंट स्पेस फॉर यूजर सर्विसिज एंड कर्नल सर्विसिज, द कम्यूनीकेशन बिटवीन एप्लीकेशन एंड सर्विसिज इज डन विद द हैल्प ऑफ मैसेज पार्सिंग। इनू मैसेज पासिंग भी कह देंगे, मैसेज पार्सिंग भी कह देंगे आ। हुण मान लो दो बंदे अलग अलग ही हो गए, जिवें सॉरी दो बंदे जिवें अलग अलग ही हो गया, फस्ट बंदा सैकेंड बंदा। ठीक है। दोनों ने हुण देखो काम करना है, लेकिन तालमेल तो करनी पऊगी ना। ये इनू मैसेज करूगा तो रिवर्ट बैक ये की करूगा, इनू आंसर करूगा। तो उही काम आ, जो मैमरी स्पेस ही अलग अलग होगी दोवां दी, तो दोनों ने काम तो इकट्ठे ही करना ना। तो काम इकट्ठा करना तो उन्होंने की करना पऊगा? आपस विच सिंक्रोनाइजेशन करनी पऊगी। जिवें टैक्नीकल वर्ड हुंदा सिंक्रोनाइजेशन, उन्होंने कहते तालमेल बिठाना। मतलब दो कंप्यूटर, जिवें तुहानूं मैं दस्सिया सीगा उस दिन अपने उहदे विच नैटवर्क दे विच कराए सी। मान लो एक कंप्यूटर है, दोनों ने आपस विच जुड़े हुए हैं, दोनों ने काम करना है। तो ये रिसीवर है, ये सेंडर है। जो सेंड कर रहा तो रिसीवर की सिर्फ सुन रहा है, तो जो ये सेंटर बन गया तो इनू की बनना पऊगा? रिसीवर बनना पऊगा। तालमेल बैठ रहा ना, तो उवें तालमेल उहदे विच बैठना पऊगा, तां ही काम करनगे वो भाई। ठीक है जी। आ देख लो हुण इहदे विच की है, तुहानूं दस्सिया माइक्रो दे विच की हो गया। देखो यूजर दे विच की पिया, सारा कुछ जड़ियाँ उहदे विच इकट्ठियां पईआं सी, इहदे विच की क्या यूजर स्पेस दे विच पईआं, फाइल सिस्टम हो गया, एप्लीकेशन हो गया, लाइब्रेरी हो गया। जिहड़ा देखो कर्नल है, कर्नल की स्पेस की है वक्री है माइक्रो कर्नल की। तो तीन मतलब उहदे दो पार्ट सीगे, की है तीन पार्ट हो गए, यूजर स्पेस, कर्नल स्पेस, हार्डवेयर। ठीक है। तां करके अलग है। जे हजे भी समझ नहीं आया तुहानूं, मैं तुहाडी हैल्प वास्ते मैं एक डायग्राम बनाई है, देखो इनू देख लिओ। देखो दोवां च डिफरेंट है, ये मोनोलिथिक पिया, ये माइक्रो पिया। इनू दो ध्यान नाल चंगी तरह देख लिओ, दोवां च डिफरेंस देख लिओ। ठीक है। पिछे मैं तुहानूं करवाता ये की हुंदा। हुण लास्ट दे विच एक होर हैगा हाईब्रिड। ठीक है। हाईब्रिड मतलब नाम तो क्लीयर है, हाईब्रिड का मतलब यही हुंदा कि दो चीज़ों का कंबीनेशन, दो या दो तो वध का कंबीनेशन। तो हाईब्रिड की होगा? दोनों का कंबीनेशन होगा कि मोनोलिथिक का भी होगा तो माइक्रो का भी होगा। पर एक ही करूँगा, ये दोनों की क्वालिटियाँ ले लूगा, मोनोलिथिक की भी ले लूगा तो माइक्रो की भी ले लूगा। हुण इहदे विच की कहना की क्वालिटी लैंदा, जिहड़ी स्पीड है, जिहड़ी फास्ट की है मोनोलिथिक की, वो क्वालिटी इहने उत्थों ले ली सिंपल डिज़ाइन तो, जिथे कॉमन मैमरी शेयर करते हैं। पर एक ही करता स्टेबिलिटी या मॉडुलैरिटी कितों ले ली इहने? माइक्रो तो, क्योंकि माइक्रो दे विच की है मतलब अलग पिया, अलग होने करके की उहदी स्टेबिलिटी ज़्यादा है। ठीक है। तो दोने क्वालिटियाँ ले लिया इन्हें हाईब्रिड ने। कई मतलब हुण जिहड़े नवें ऑपरेटिंग सिस्टम आ रहे उहदे विच की आ रहा, हाईब्रिड आ रहा कि दोनों की क्वालिटियाँ आ गई ना। हुण देखो एक नालों दो भले, जिवें पंजाबी च कह दिंदे आ भी एक दी क्वालिटी नाल चंगा कि दोवां दी क्वालिटियां होण उहदे विच। ठीक है। तो वो जिवें आपां कह दिंदे सोने ते सुहागा, वो गल हो गई। ठीक है जी। अगे देख लो इहदे विच, आ देख लो इहदे विच की हुंदा, इहदे विच दोने हुंदे, यूजर मोड भी हुंदा ते कर्नल मोड भी हुंदा। आ देखो हुण की है इहदे विच, देखो एप्लीकेशनस हो गई, डिवाइस हो गया, यूनिक्स हो गया, फाइल सर्वर हो गया, सारा कुछ की कह रहा है यूजर स्पेस दे विच है। तो जिहड़ा हुण देखो एप्लीकेशन भी ये भी आ रही है, डिवाइस ड्राइवर ये भी आ रही है, कर्नल स्पेस के भी आ रही है। देखो मैमरी होगी, शेड्यूलिंग होगी, तो दोनों की ले ली इन्हें। ठीक है। उन्होंने अलग स्पेस भी देता
ਠੀਕ ਹੈ। ਲੇਕਿਨ ਜਿਹੜਾ ਉਹਦੇ ਵਿੱਚ ਕਾਮਨ ਚੀਜ਼ਾਂ ਹੈਗੀਆਂ, ਵਰਚੁਅਲ ਮੈਮਰੀ ਹੋ ਗਈ, ਸ਼ਡਿਊਲਿੰਗ ਹੋ ਗਈ, ਉਹ ਉਹਦੇ 'ਚ ਵੀ ਦੇਤੀ ਅਤੇ ਹਾਰਡਵੇਅਰ ਵੀ ਦੇਤਾ। ਮਤਲਬ ਦੋਨਾਂ ਦੀਆਂ ਕੁਆਲਿਟੀਆਂ ਇਹਨੇ ਲੈ ਲਈਆਂ ਹਾਈਬ੍ਰਿਡ ਨੇ। ਠੀਕ ਹੈ ਜੀ। ਇੱਕ ਅੱਗੇ ਨੈਨੋ ਕਰਨਲ ਵੀ ਹੁੰਦਾ, ਲੇਕਿਨ ਉਹ ਇੰਨਾ ਇੰਪੋਰਟੈਂਟ ਨਹੀਂ ਹੈਗਾ। ਬੇਸਿਕ ਮੋਨੋਲੈਥਿਕ ਅਤੇ ਮਾਈਕਰੋ ਹੀ ਹੈਗੇ ਆ। ਠੀਕ ਹੈ ਜੀ। ਉਹ ਕਰਨਲ ਸਮਝ ਕੇ ਕੀ ਹੁੰਦਾ, ਜਿਹੜਾ ਸੈਕਿੰਡ ਪ੍ਰੋਗਰਾਮ ਲੋਡ ਹੁੰਦਾ ਮੈਮਰੀ ਦੇ ਵਿੱਚ, ਪਹਿਲਾ ਹੁੰਦਾ ਬੂਟ ਸਟੈਪ ਲੋਡਰ ਹੁੰਦਾ। ਠੀਕ ਹੈ। ਅਤੇ ਦੋਨਾਂ ਦੇ ਮੈਂ ਤੁਹਾਨੂੰ ਦੱਸਤਾ ਅਲੱਗ-ਅਲੱਗ ਸਪੇਸ ਹੁੰਦੀ ਹੈ ਯੂਜ਼ਰ ਅਤੇ ਕਰਨਲ ਮੋਡ ਦੇ ਵਿੱਚ। ਠੀਕ ਹੈ ਜੀ। ਇਹ ਵੀਡੀਓ ਅਗਰ ਤੁਹਾਨੂੰ ਸਮਝ ਆ ਗਈ ਹੈ ਤਾਂ ਲਾਈਕ ਕਰਨਾ ਵੀਡੀਓ ਨੂੰ, ਅਤੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਟੈਲੀਗ੍ਰਾਮ ਗਰੁੱਪ ਦਾ, ਉਹਨੂੰ ਜਾ ਕੇ ਉੱਥੇ ਜੁਆਇਨ ਕਰੋ ਅਤੇ ਪੂਲ ਕਰਿਆ ਕਰੋ ਸਾਰੇ ਜਾਣੇ। ਠੀਕ ਹੈ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤਾਂ ਮਿੱਤਰਾਂ ਦੇ ਨਾਲ। ਠੀਕ ਹੈ। ਸਰਬੱਤ ਦਾ ਭਲਾ।